ਸਤਿ ਸ਼੍ਰੀ ਅਕਾਲ। ਲੋਕਰਾਣ ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ। ਮੈਂ ਗੁਰਜਿੰਦਰ ਸਿੰਘ ਭੰਗੂ ਤੇ ਮੇਰੇ ਨਾਲ ਪ੍ਰੋਫੈਸਰ ਰਣ ਸਿੰਘ ਧਾਲੀਵਾਲ ਸਾਹਿਬ, ਵੈਲਕਮ। ਧੰਨਵਾਦ ਜੀ। ਸਾਰੇ ਸਰੋਤਿਆਂ ਨੂੰ ਸਤਿ ਸ਼੍ਰੀ ਅਕਾਲ। ਤੁਸੀਂ ਸਰੋਤਿਆਂ ਦੇ ਰੂਬਰੂ ਕਰਾਇਆ, ਤੁਹਾਡੀ ਬਹੁਤ ਮਿਹਰਬਾਨੀ ਜੀ। ਦੋਸਤੋ, ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੇ ਨਾਲੋਂ ਵੱਧ ਸਰਗਰਮ ਭਾਜਪਾ ਲਗਾਤਾਰ ਅੜਿੱਕੇ ਡਾਰੀ ਹੈ ਆਪ ਪਾਰਟੀ ਦੇ ਰਾਜ ਕਰਨ ਦੇ ਸੰਦਰਭ ਦੇ ਵਿੱਚ। ਹੁਣ ਜਿੰਨੇ ਫੈਸਲੇ ਲਏ ਗਏ ਨੇ ਬੀਜੇਪੀ ਵੱਲੋਂ, ਚੰਡੀਗੜ੍ਹ ਦਾ ਫੈਸਲਾ ਹੋ ਗਿਆ ਜਾਂ ਫਿਰ RDF ਫੰਡ, ਅਸੀਂ ਲਗਾਤਾਰ ਜਿਹਦੀ ਗੱਲ ਕਰ ਰਹੇ ਹਾਂ 1100 ਕਰੋੜ, ਉਹ ਰੋਕ ਲਿਆ ਗਿਆ। ਅੱਜ ਚੰਡੀਗੜ੍ਹ ਦੇ ਵਿੱਚ ਜੋ ਨਿਯਮ ਸੈਂਟਰ ਦੇ ਨੇ ਉਹ ਲਾਗੂ ਹੋਣਗੇ। ਦੂਜੇ ਪਾਸੇ ਆਮ ਆਦਮੀ ਪਾਰਟੀ ਵੱਲੋਂ ਆਪਣਾ ਵਿਸ਼ੇਸ਼ ਸਦਨ ਸੱਦ ਲਿਆ ਗਿਆ। ਹੁਣ ਦੇਖਣ ਵਾਲਾ ਹੋਊਗਾ ਕਿ ਆਮ ਆਦਮੀ ਪਾਰਟੀ ਦੇ ਫੈਸਲੇ ਅੱਗੇ ਸੈਂਟਰ ਦੇ ਖਿਲਾਫ ਜੋ ਹੋਣਗੇ ਉਹ ਹੋਣਗੇ ਕੀ, ਕਿਉਂਕਿ ਪੰਜਾਬ ਵਾਸੀਆਂ ਦਾ ਇੱਕ ਇਹ ਗੱਲ ਕਹਿਣਾ ਕਿ ਜੋ ਅਸੀਂ 5 ਰਾਜ ਸਭਾ ਮੈਂਬਰ ਆਮ ਆਦਮੀ ਪਾਰਟੀ ਨੇ ਚੁਣ ਕੇ ਪੰਜਾਬ ਦੇ ਲੋਕਾਂ ਦੀ ਗੱਲ ਕਰਨ ਦੇ ਲਈ ਸਦਨ ਦੇ ਵਿੱਚ ਭੇਜੇ ਨੇ ਰਾਜ ਸਭਾ ਦੇ ਵਿੱਚ, ਉਹ ਬੋਲੇ ਨਹੀਂ ਜਿਵੇਂ ਆਸ ਸੀ, ਉਮੀਦ ਸੀ। ਹਾਲਾਂ ਤੱਕ ਕਈ ਲੋਕ ਤਾਂ ਇੱਥੋਂ ਦਾ ਕਹਿੰਦੇ ਨੇ ਕਿ ਜੇਕਰ ਅਸਲ ਪੰਜਾਬੀ ਚੁਣ ਕੇ ਭੇਜੇ ਹੁੰਦੇ ਤਾਂ ਫਲੋਰ ਤੇ ਉਹਨਾਂ ਨੇ ਗਾਹ ਪਾ ਦੇਣਾ ਸੀ। ਇਹਨਾਂ ਨੇ ਤਾਂ ਅਜੇ ਤੱਕ ਮੂੰਹ ਨਹੀਂ ਖੋਲ੍ਹਿਆ। ਦੂਜੇ ਪਾਸੇ ਪ੍ਰਸ਼ਾਸਨ ਨੇ ਲੰਬੀ 'ਚ ਕਿਸਾਨਾਂ ਤੇ ਲਾਠੀ ਚਾਰਜ ਕਰਤਾ। ਹੁਣ ਉਹਦੇ ਗੰਭੀਰ ਅਰਥ ਨੇ ਤੇ ਗੰਭੀਰ ਸਿੱਟੇ ਨੇ। ਐਂ ਲੱਗਦਾ ਕਿ ਘਿਰਦੀ ਜਾ ਰਹੀ ਹੈ ਭਗਵੰਤ ਮਾਨ ਦੀ ਸਰਕਾਰ। ਧਾਲੀਵਾਲ ਸਾਹਿਬ ਤੋਂ ਅਸੀਂ ਜਾਣਾਂਗੇ ਕਿ ਅਸਲ ਦੇ ਵਿੱਚ ਇਹਨਾਂ ਗੱਲਾਂ ਦੇ ਅਰਥ ਕੀ ਨੇ। ਧਾਲੀਵਾਲ ਸਾਹਿਬ, ਗੱਲਾਂ ਕਈ ਨੇ। ਇੱਕ ਤਾਂ ਅੱਜ ਵਿਸ਼ੇਸ਼ ਸਦਨ ਸੱਦਿਆ ਗਿਆ ਭਗਵੰਤ ਮਾਨ ਵੱਲੋਂ, ਅੱਜ ਹੀ ਨਿਯਮ ਲਾਗੂ ਹੋਣਗੇ ਸੈਂਟਰ ਦੇ। ਲੰਬੀ ਦੇ ਵਿੱਚ ਕਿਸਾਨਾਂ ਦਾ ਪੱਕਾ ਮੋਰਚਾ ਲੱਗਿਆ ਹੋਇਆ। ਦੂਜੇ ਪਾਸੇ ਉਧਰ ਕੇਂਦਰ ਨੇ ਫੰਡ ਰੋਕ ਲਏ। ਇਸ ਸੰਦਰਭ ਦੇ ਵਿੱਚ ਇੱਕ ਗੱਲ ਹੋਰ ਅਹਿਮ ਹੈ, ਭਗਵੰਤ ਮਾਨ ਦੀ ਬਾਡੀ ਲੈਂਗੁਏਜ ਤੋਂ ਕਮਜ਼ੋਰ ਪਏ ਜਾਪਦੇ ਨੇ। ਜੋ ਹੌਸਲਾ ਦ੍ਰਿੜਤਾ ਸਹੁੰ ਚੱਕਣ ਵੇਲੇ ਸੀ, ਅੱਜ ਉਹਨਾਂ ਦੀ ਬਾਡੀ ਉਹ ਇਸ਼ਾਰੇ ਨਹੀਂ ਕਰਦੀ। ਕੀ ਦਖਲ ਵਧਿਆ ਹੋਇਆ ਦਿੱਲੀ ਦਾ ਉਹਨਾਂ ਕੰਮਾਂ ਦੇ ਵਿੱਚ? ਦੇਖੋ ਭੰਗੂ ਸਾਹਿਬ, ਗੱਲ ਬੜੀ ਸਾਫ਼ ਹੈ। ਇੱਕ ਤਾਂ ਕੁਦਰਤ ਦਾ ਇੱਕ ਸਿਸਟਮ ਹੈ ਕਿ ਕਿਤੇ ਵੀ ਕੁਦਰਤ ਵੱਲੋਂ ਇਹ ਹੈ, ਜਦੋਂ ਵੈਕਿਊਮ ਖਾਲੀ ਥਾਂ ਕ੍ਰੀਏਟ ਹੋ ਜੇ, ਉਹ ਥਾਂ ਖਾਲੀ ਨਹੀਂ ਰਹਿੰਦੀ, ਚਾਹੇ ਉਹਦੀ ਥਾਂ ਹਵਾ ਉਹਦੀ ਥਾਂ ਲੈ ਲਵੇ। ਪੰਜਾਬ ਦੀ ਸਿਆਸਤ ਦੇ ਵਿੱਚ ਇਹ ਹੋਇਆ ਕਿ ਆਮ ਆਦਮੀ ਪਾਰਟੀ ਬਹੁਤ ਭਾਰੀ ਗਿਣਤੀ ਨਾਲ, ਭਾਰੀ ਬਹੁਮਤ ਨਾਲ, ਜੇ ਆਪਾਂ ਕਹੀਏ ਕਿ ਇਤਿਹਾਸਕ ਜਿੱਤ ਲੈ ਕੇ ਉਹ ਹੋਂਦ 'ਚ ਆਈ। ਉਹ ਹੋਂਦ 'ਚ ਆਉਂਦੇ ਹੀ ਇਹ ਮੇਰਾ ਪਰਸਨਲ ਵਿਊ ਹੈ ਕਿ ਸ਼ਾਇਦ ਇੰਨੀ ਉਮੀਦ ਆਮ ਆਦਮੀ ਪਾਰਟੀ ਨੂੰ ਖੁਦ ਵੀ ਨਹੀਂ ਸੀ, ਕਿਉਂਕਿ ਉਹ ਵੀ 70 ਦੇ ਇਰਦ ਗਿਰਦ ਖੜਦੇ ਸੀ। ਸੋ ਉਸ ਕਿਸਮ ਨਾਲ ਪਾਰਟੀ ਦੇ ਵਿੱਚ ਜਿਹੜੇ ਵਿਦਿਨ ਦੀ ਪਾਰਟੀ ਜਿਹੜੇ ਗਰੁੱਪ ਹੁੰਦੇ ਨੇ, ਪ੍ਰੈਸ਼ਰ ਗਰੁੱਪ ਹੁੰਦੇ ਨੇ, ਉਹ ਸਭ ਨੇ ਉੱਦਾਂ ਦੀਆਂ ਸਟ੍ਰੈਟਜੀਜ਼ ਲਈਆਂ ਹੋਈਆਂ ਸੀ। ਪਰ ਜਦੋਂ ਬਹੁਮਤ ਬਹੁਤ ਵੱਡੀ ਆ ਗਈ, ਉਹਦੇ ਨਾਲ ਉਹਨਾਂ ਲਈ ਵੀ ਹਾਲਾਤ ਬਦਲ ਗਏ। ਉਹ ਜਿਹੜੀਆਂ ਸਟ੍ਰੈਟਜੀਜ਼ ਉਹਨਾਂ ਗਰੁੱਪਾਂ ਨੇ, ਚਾਹੇ ਉਹ ਭਗਵੰਤ ਮਾਨ ਹੋਣ, ਚਾਹੇ ਉਹ ਕੇਜਰੀਵਾਲ ਜੀ ਹੋਣ, ਚਾਹੇ ਉਹ ਜਿਹੜੇ 10 MLA ਦੁਬਾਰਾ ਜਿੱਤੇ ਜਿਨ੍ਹਾਂ ਨੂੰ ਇਹ ਰਿਹਾ ਕਿ ਅਸੀਂ ਸੀਨੀਅਰ ਹਾਂ, ਚਾਹੇ ਉਹ ਹੋਣ, ਉਹ ਸਿਚੁਏਸ਼ਨ ਦੇ ਵਿੱਚ ਜੋ ਉਹਨਾਂ ਨੂੰ ਲੱਗਦਾ ਸੀ ਕਿ ਸਾਡਾ ਦਬਦਬਾ ਜਾਂ ਸਾਡਾ ਸਟੇਟਸ ਰਹੇਗਾ, ਉਹ ਸਿਚੁਏਸ਼ਨ ਚੇਂਜ ਹੋਣ ਨਾਲ ਸਾਰਾ ਕੁਝ ਬਦਲ ਗਿਆ। ਉਹ ਬਦਲਣ ਨਾਲ ਇਹ ਇੱਕ ਪੱਖ ਹੋ ਗਿਆ ਆਪਾਂ ਇਸ ਦਾ, ਉਹਦੇ ਮੁਤਾਬਕ ਆਪਣੀ ਸਾਰਿਆਂ ਨੂੰ ਆਪਣੀ ਨਵੀਂ ਰਣਨੀਤੀ ਘੜਨੀ ਪਈ। ਭਗਵੰਤ ਮਾਨ ਨੂੰ ਆਪਣੀ ਰਣਨੀਤੀ ਘੜਨੀ ਪਈ, ਠੀਕ ਹੈ ਕਿ ਨਾ ਜੀ। ਤੇ ਜਿਹੜਾ ਦੂਸਰਾ ਕੇਜਰੀਵਾਲ ਜੀ ਸੀ, ਉਹਨਾਂ ਨੂੰ ਆਪਣੀ ਰਣਨੀਤੀ ਘੜਨੀ ਪਈ। ਤੇ ਹੁਣ ਜੇ ਆਪਾਂ ਕਹੀਏ ਕਿ ਮੈਂ ਤੁਹਾਨੂੰ ਯਾਦ ਕਰੋ, ਆਪਾਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਤੁਹਾਨੂੰ ਮੈਂ ਇਹ ਕਿਹਾ ਸੀ, ਕਿਤੇ ਨਾ ਕਿਤੇ ਆਪਣੀ ਗੱਲ ਹੋਈ ਹੈ ਕਿ ਜਿਸ ਦਿਨ ਰਿਜ਼ਲਟ ਆਏ ਉਸ ਦਿਨ ਭਗਵੰਤ ਮਾਨ ਦੀ ਦੇਖੋ ਪਹਿਲੀ ਅਨਾਊਂਸਮੈਂਟ, ਉਹਨੇ ਪਹਿਲੀ ਅਨਾਊਂਸਮੈਂਟ ਜਿਹੜਾ TV ਤੇ ਉਹਨਾਂ ਨੇ ਕੀਤੀ, ਉਹਨਾਂ ਨੇ ਕਿਹਾ ਕਿ ਮੈਂ ਜਿਹੜੀ ਸਹੁੰ ਚੁੱਕੂੰਗਾ ਉਹ ਖਟਕੜ ਕਲਾਂ ਚੁੱਕੂੰਗਾ। ਉਹਦੇ ਵਿੱਚ ਇਹ ਸੰਕੇਤ ਨਹੀਂ ਆਇਆ ਕਿ ਖਟਕੜ ਕਲਾਂ ਸਹੁੰ ਚੁੱਕਣ ਬਾਰੇ ਕੇਜਰੀਵਾਲ ਜੀ ਨਾਲ ਸਲਾਹ ਹੋ ਗਈ ਸੀ ਜਾਂ ਇਹ ਉਹਦਾ ਡਿਸੀਜਨ ਸੀ। ਸਮਝਿਆ ਇਹ ਜਾਂਦਾ ਸੀ ਵੀ ਸ਼ਾਇਦ ਇਹ ਇਮੀਡੀਏਟ ਉਹਦਾ ਇਕੱਲੇ ਦਾ ਡਿਸੀਜਨ ਹੈ, ਔਰ ਉਹਨਾਂ ਨੇ ਐਸਾ ਪੈਂਤੜਾ ਲਿਆ ਕਿ ਜਿਹਦੇ ਵਿੱਚ ਕੇਜਰੀਵਾਲ ਨੂੰ ਫਸਣਾ ਪਊਗਾ, ਕੇਜਰੀਵਾਲ ਪਿੱਛੇ ਨਹੀਂ ਮੁੜ ਪਾਊਗਾ। ਦੂਸਰੀ ਅਨਾਊਂਸਮੈਂਟ ਉਹਨਾਂ ਨੇ ਇਮੀਡੀਏਟ ਇਹ ਕੀਤੀ ਕਿ ਹੁਣ ਉਸ ਦਿਨ ਦੀ ਗੱਲ ਕਰਦਾ ਨਾ, 10 ਫਰਵਰੀ ਦੀ, ਉਹਨਾਂ ਨੇ ਇਹ ਅਨਾਊਂਸਮੈਂਟ ਕੀਤੀ ਕਿ ਹੁਣ ਕੁਝ ਗੱਲਾਂ ਦਿੱਲੀ ਸਾਡੇ ਤੋਂ ਸਿੱਖੇਗੀ ਤੇ ਕੁਝ ਗੱਲਾਂ ਅਸੀਂ ਦਿੱਲੀ ਤੋਂ ਸਿੱਖਾਂਗੇ। ਤੇ ਉਹ ਜਿਹੜਾ ਸੰਕੇਤ ਬੜਾ ਕਲੀਅਰ ਦੇ ਦਿੱਤਾ ਕਿ ਸ਼ਾਇਦ ਭਗਵੰਤ ਮਾਨ ਜੀ, ਮੈਨੂੰ ਨਹੀਂ ਪਤਾ ਉਹਨਾਂ ਨੇ ਇਹ ਸੰਕੇਤ ਦਿੱਤਾ ਨਹੀਂ ਦਿੱਤਾ, ਪਰ ਇਹ ਸੰਕੇਤ ਪੜ੍ਹਿਆ ਇੱਦਾਂ ਜਾਂਦਾ ਹੈ ਕਿ
ਅੱਗੇ ਤੋਂ ਭਗਵੰਤ ਮਾਨ ਜੀ ਆਪਣੇ ਫੈਸਲੇ ਖੁਦ ਲੈਣਗੇ। ਪਰੰਤੂ ਉਸ ਤੋਂ ਤੁਰੰਤ ਬਾਅਦ ਸਿਚੁਏਸ਼ਨ ਬਦਲ ਗਈ। ਇਹ ਅਨਾਉਂਸ ਨਹੀਂ ਹੋਇਆ ਕਿ ਖਟਕੜ ਕਲਾਂ ਕੌਣ ਸਹੁੰ ਲੈਣਗੇ। ਇਹ ਅਨਾਉਂਸ ਹੋਇਆ ਕਿ ਇਕੱਠ ਬਹੁਤ ਵੱਡਾ ਹੋਏਗਾ। ਜਿਹੜਾ ਵੱਡਾ ਇਕੱਠ ਕਰਨ ਦਾ ਮਤਲਬ ਸੀ, ਉਹਦੇ ਵਿੱਚੋਂ ਬਿਲਕੁਲ ਇਹ ਲੱਗਦਾ ਸੀ ਕਿ ਭਗਵੰਤ ਮਾਨ ਜੀ ਆਪਣੀ ਪਪੂਲੈਰਿਟੀ ਜਿਹੜੀ ਉਹਨਾਂ ਦੀ ਸ਼ਾਖ ਬਣੀ ਹੈ ਪੰਜਾਬ 'ਚ, ਉਹਨੂੰ ਹੋਰ ਵੱਡਾ ਕਰਕੇ ਦਿਖਾਉਣ ਜਾ ਰਹੇ ਨੇ। ਔਰ ਹੋਇਆ ਵੀ ਬਹੁਤ ਵੱਡਾ ਇਕੱਠ ਹੋਇਆ। ਉੱਥੇ ਨੁਕਤਾਚੀਨੀ ਹੁੰਦੀ ਹੈ। ਨਵੇਂ ਜਦੋਂ ਸਿਸਟਮ ਆਉਂਦੇ ਨੇ, ਕੋਈ ਕਹਿੰਦਾ ਉੱਥੇ ਕਣਕ ਵੱਢੀ ਗਈ, ਜੇ ਹੋ ਗਿਆ, ਉਹ ਇੱਕ ਵੱਖਰੀਆਂ ਗੱਲਾਂ ਨੇ। ਪਰੰਤੂ ਭਗਵੰਤ ਮਾਨ ਜੀਆਂ ਦਾ ਕੱਦ ਪਹਿਲਾਂ ਨਾਲੋਂ ਵੱਡਾ ਹੋਇਆ ਬਤੌਰ ਮੁੱਖ ਮੰਤਰੀ। ਉੱਥੇ ਇੱਕ ਇਹ ਪੇਚ ਫਸ ਗਿਆ ਕਿ ਸਹੁੰ ਕੱਲਿਆਂ ਨੇ ਚੱਕਣੀ ਹੈ। ਚਲੋ ਉਹ ਕੱਲਿਆਂ ਨੇ ਸਹੁੰ ਚੱਕ ਲਈ। ਉਸ ਤੋਂ ਬਾਅਦ ਤੈਅ ਹੋਇਆ ਕਿ ਜਿਹੜੀ ਮੰਤਰੀ ਮੰਡਲ ਹੈ ਉਹ ਫਲਾਂ ਤਰੀਕ ਨੂੰ ਹੋਏਗਾ। ਉਹ ਮੰਤਰੀ ਮੰਡਲ ਜਦੋਂ ਬਣਿਆ, ਉਹਦਾ ਜਿਹੜਾ ਚਿਹਰਾ ਮੋਹਰਾ ਮੰਤਰੀ ਮੰਡਲ ਦਾ ਬਣਿਆ, ਤੇ ਉਸ ਤੋਂ ਪਹਿਲਾਂ ਜਿਹੜੇ ਰਾਜ ਸਭਾ ਦੇ ਮੈਂਬਰਾਂ ਦਾ ਅਨਾਉਂਸਮੈਂਟ ਹੋਈ, ਉਹਦੇ ਵਿੱਚ ਇਹ ਕਲੀਅਰ ਉੱਠ ਕੇ ਸਾਹਮਣੇ ਆ ਗਿਆ ਕਿ ਇਹਦੇ ਵਿੱਚ ਇਹ ਡਿਸੀਜਨ ਹੈ ਜਿਹੜਾ, ਇਹ ਟੋਟਲ ਭਗਵੰਤ ਮਾਨ ਜੀਆਂ ਦਾ ਨਹੀਂ ਹੈ। ਉਹ ਕਿਹਦਾ ਡਿਸੀਜਨ ਹੈ, ਕਿਹਦਾ ਨਹੀਂ, ਫਿਰ ਮੈਂ ਕਲੀਅਰ ਕਰਦਾ ਵੀ ਇਹ 'ਚ ਆਪਾਂ ਇਸ ਗੱਲ ਦੇ ਪਿੱਛੇ ਨਹੀਂ ਜਾਂਦੇ। ਸਾਡੇ ਕੋਲੇ ਕੋਈ ਸੋਰਸ ਨਹੀਂ ਜਿਹੜਾ ਅਸੀਂ ਇਹ ਦੱਸ ਸਕੀਏ ਡਿਸੀਜਨ ਕਿਹਦਾ ਹੈ। ਮੈਂ ਇਹ ਕਹਿਣਾ ਕਿ ਸਿਗਨਲ ਜਿਹੜੇ ਜਾ ਰਹੇ ਨੇ, ਇਸ਼ਾਰੇ ਨੇ ਜਿਹੜੇ, ਜਦੋਂ ਆਪਾਂ ਉਹਨਾਂ ਨੂੰ ਪੜ੍ਹਦੇ ਹਾਂ, ਉਦੋਂ ਉਹਦੀ ਇੰਟਰਪ੍ਰੀਟੇਸ਼ਨ, ਉਹਦੀ ਵਿਆਖਿਆ ਬਹੁਤ ਹੀ ਸਾਫ਼ ਇਹ ਬਣਦੀ ਹੈ ਕਿ ਭਗਵੰਤ ਮਾਨ ਜੀਆਂ ਦਾ ਡਿਸੀਜਨ ਇਹ ਨਹੀਂ ਹੈ। ਤੇ ਜਦੋਂ ਰਾਜ ਸਭਾ ਦੇ ਵਿੱਚ ਦਿੱਲੀ ਦੇ ਇੱਕ MLA ਨੂੰ, ਜਿਹੜਾ ਐਗਜ਼ਿਸਟਿੰਗ MLA ਹੈ, ਉਹਨੂੰ ਵਿੱਚ ਪਾ ਦਿੱਤਾ ਜਾਂਦਾ ਹੈ, ਜਿਹਦਾ ਚਰਚਾ ਪਹਿਲਾਂ ਹੀ ਆ ਜਾਂਦਾ ਵੀ ਸ਼ਾਇਦ ਇਹ ਹੋਣਗੇ, ਤੇ ਉਹਦੇ ਵਿੱਚੋਂ ਕੋਈ ਵੀ ਪੰਜਾਬ ਦੀ ਐਸੀ ਕੋਈ ਪਰਸਨੈਲਿਟੀ ਨਹੀਂ ਜਿਹੜੀ ਪੰਜਾਬ ਦੇ ਮੁੱਦਿਆਂ ਨੂੰ ਉਭਾਰ ਸਕੇ। ਉਹ ਜਦੋਂ ਮੈਂਬਰ 5 ਮੈਂਬਰ ਉਹ ਜਾਂਦੇ ਨੇ, ਕੁਦਰਤੀ ਹੈ ਇਹਦੇ ਨਾਲ ਭਗਵੰਤ ਮਾਨ ਦੀ ਜਿਹੜੀ ਸ਼ਾਖ ਹੈ, ਜਿਹੜੀ ਬਹੁਤ ਵਧੀਆ ਬਣ ਗਈ ਸੀ ਤੇ ਵੱਡੀ ਹੋ ਗਈ ਸੀ। ਮੈਂ ਇਹ ਕਹਿਣਾ ਕਿ ਇੱਕ ਧੜੇ ਵੱਲੋਂ ਜਾਂ ਕੇਜਰੀਵਾਲ ਵੱਲੋਂ ਹੀ ਕਹਿੰਦੇ ਆਪਾਂ ਕਿ ਉਹਨੂੰ ਕੁਛ ਕੱਟ ਕਰਨ ਦਾ ਯਤਨ ਹੋਇਆ। ਕੱਲਾ ਯਤਨ ਹੀ ਨਹੀਂ ਹੋਇਆ, ਉਹ ਯਤਨ 'ਚੋਂ ਸਫਲ ਵੀ ਹੋਏ। ਅੱਛਾ, ਫਿਰ ਆਇਆ ਮੰਤਰੀ ਮੰਡਲ ਦਾ ਇਸ਼ੂ। ਮੰਤਰੀ ਮੰਡਲ ਦੇ ਵਿੱਚ ਜਿਹੜੇ, ਚਾਹੇ ਉਹ ਮੀਡੀਆ ਵੱਲੋਂ ਸੀ, ਚਾਹੇ ਉਹ ਖਬਰ ਸੋਰਸਾਂ ਤੋਂ ਆਈ ਸੀ, ਚਾਹੇ ਉਹ ਖਬਰ ਗਲਤ ਸੀ, ਲੇਕਿਨ ਮੀਡੀਆ ਦੇ ਪ੍ਰਭਾਵ ਤੋਂ ਇਹਨਾਂ ਨੇ ਕੰਡੈਮ ਵੀ ਨਹੀਂ ਕੀਤਾ ਵੀ ਇਹ ਨਹੀਂ ਹੋਣਗੇ। ਮੀਡੀਆ ਨੇ ਇੱਕ ਪ੍ਰਭਾਵ ਕ੍ਰੀਏਟ ਕੀਤਾ ਕਿ ਉਮੀਦ ਹੈ ਆਹ ਮੰਤਰੀ ਹੋਣਗੇ। ਜੇ ਉਹਨਾਂ 'ਚੋਂ ਗੱਲ 60, 70, 80% ਸੱਚ ਨਿਕਲੇ, ਫਿਰ ਇਹ ਲੱਗਦਾ ਹੁੰਦਾ ਕਿ ਕੁਛ ਥੋੜੀ ਬਹੁਤੀ ਗਲਤੀ ਹੋ ਸਕਦੀ ਹੈ, ਮੀਡੀਆ ਦੇ ਸੂਤਰ ਠੀਕ ਸੀ। ਪਰੰਤੂ ਉਦੋਂ ਜਦੋਂ ਇਹ ਹੋਵੇ ਕਿ 20% ਹੀ ਸੱਚ ਨਿਕਲੇ, 80% ਠੀਕ ਨਾ ਨਿਕਲੇ ਪ੍ਰੈਡਿਕਸ਼ਨ, ਫਿਰ ਆਪਾਂ ਦੋ ਹੀ ਗੱਲਾਂ ਕਵਾਂਗੇ ਕਿ ਜਾਂ ਤਾਂ ਮੀਡੀਆ ਦੇ ਸੂਤਰ ਗਲਤ ਨੇ, ਜਿਹੜੀ ਇੰਨੀ ਸੰਭਾਵਨਾ ਨਹੀਂ ਹੁੰਦੀ ਕਿ ਸੂਤਰ ਇੰਨੇ ਗਲਤ ਹੋਣ, ਜਾਂ ਤਾਂ ਮਤਲਬ ਇਹ ਹੈ ਕਿ ਪਾਰਟੀ ਨੇ ਜਾਣਬੁੱਝ ਕੇ ਇਦਾਂ ਦੇ ਸਿਗਨਲ ਛੱਡੇ ਆਪਣੇ ਸੋਰਸਾਂ ਮੁਤਾਬਕ ਕਿ ਆਹ ਮੰਤਰੀ ਹੋਣਗੇ। ਮੀਡੀਆ ਨੇ ਉੱਦਾਂ ਦੀਆਂ ਖਬਰਾਂ ਚਲਾਤੀਆਂ ਤੇ ਹੁਣ ਉਹ ਉੱਦਾਂ ਬਣਾਏ ਨਹੀਂ। ਕਿਉਂ ਨਹੀਂ ਬਣਾਏ? ਇਹਦਾ ਫਿਰ ਸੰਕੇਤ ਹੋ ਹੀ ਜਾਂਦਾ ਹੈ ਕਿ ਅਲਟੀਮੇਟਲੀ ਇਹਦਾ ਵੀ ਅਰਥ ਹੀ ਨਿਕਲਿਆ ਕਿ ਇਹ ਡਿਸੀਜ਼ਨ ਮੁੱਖ ਮੰਤਰੀ ਜੀ ਦਾ ਨਹੀਂ ਹੈ, ਭਗਵੰਤ ਮਾਨ ਜੀ ਦਾ ਨਹੀਂ ਹੈ। ਇਸ ਫੈਸਲੇ ਦੇ ਪਿੱਛੇ ਵੀ ਕੋਈ ਹੋਰ ਤਾਕਤ ਹੈ ਜਿਹੜੀ ਇਹ ਸਾਰਾ ਕੁਝ ਕਰ ਰਹੀ ਹੈ। ਉਹ ਸਾਰਾ ਕੁਝ ਕਿਉਂ ਕਰ ਰਹੀ ਹੈ? ਮੈਨੂੰ ਫਿਰ ਪਰਸਨਲੀ ਇਹ ਲੱਗਦਾ ਹੈ ਕਿ ਜਿਹੜੇ ਐਕਸਪੀਰੀਅੰਸਡ ਬੰਦੇ ਸੀ, ਜਿਹੜੇ ਦੁਬਾਰਾ ਚੁਣ ਕੇ ਆਏ, ਮੇਰੇ ਖਿਆਲ ਮੁਤਾਬਕ ਕਿ ਉਹ ਐਂ ਲੱਗ ਰਿਹਾ ਸੀ ਕਿ ਭਾਵੇਂ ਕੋਈ ਕਨਫਲਿਕਟ ਹੋਵੇ, ਪਰ ਉਹਨਾਂ ਨੂੰ ਇਹ ਸਮਝ ਸੀ। ਦੇਖੋ, ਮੈਂ ਫਿਰ ਕਹਿਣਾ, ਅੰਗਰੇਜ਼ੀ 'ਚ ਅਸੀਂ ਇਹਨੂੰ ਕਹਿੰਦੇ ਕਿ ਜਿਹਦਾ ਕੁਛ ਡਿਊ ਹੋਵੇ, ਜਿਹਦਾ ਹੱਕ ਬਣਦਾ ਹੋਵੇ, ਦਿਖਾਈ ਦਿੰਦਾ ਹੋਵੇ ਕਿ ਇਹਦਾ ਹੱਕ ਬਣਦਾ ਹੈ, ਜੇ ਆਪਾਂ ਉਹਨੂੰ ਉਹ ਦੇ ਦਈਏ ਤਾਂ ਉਹ ਵਿਅਕਤੀ ਬਹੁਤ ਵੱਡਾ ਅਹਿਸਾਨ ਨਹੀਂ ਮੰਨਦਾ। ਤੇ ਜੇ ਜਿਹਦਾ ਹੱਕ ਨਾ ਬਣਦਾ ਹੋਵੇ, ਉਹਨੂੰ ਉਹਦੇ ਹੱਕ ਤੋਂ ਕਿਤੇ ਜ਼ਿਆਦਾ ਦੇ ਦਈਏ, ਠੀਕ ਹੈ ਕਿ ਨਹੀਂ, ਫਿਰ ਉਹ ਇੱਕ ਤਰ੍ਹਾਂ ਆਪਾਂ ਇਹ ਕਹੀਏ ਕਿ ਉਹ ਉਸ ਦਾ ਇੰਨਾ ਮਸ਼ਕੂਰ, ਇੰਨਾ ਧੰਨਵਾਦੀ ਹੋ ਜਾਂਦਾ ਹੈ ਕਿ ਫਿਰ ਉਹ ਉਹਨੂੰ ਜਿਵੇਂ ਮਰਜ਼ੀ ਚਲਾਵੇ। ਸੋ ਇਹ ਸੰਕੇਤ ਇਹ ਆਇਆ ਕਿ ਜਿਸ ਕਿਸਮ ਨਾਲ ਮੰਤਰੀ ਬਣਾਏ, ਉਹ ਮੰਤਰੀ ਇਹ ਲੱਗਿਆ ਕਿ ਦਿੱਲੀ ਦਾ ਜਿਹੜਾ ਕੇਂਦਰ ਹੈ,
ਜਾਂ ਆਪਾਂ ਇਹ ਕਹੀਏ ਕਿ ਕੇਜਰੀਵਾਲ ਜੀ ਨੇ ਉਹਨਾਂ ਦੀ ਸਲਾਹ ਤੇ ਇਹ ਮੰਤਰੀ ਬਣੇ ਤਾਂ ਕਿ ਇਹ ਮੰਤਰੀ ਉਹਨਾਂ ਦੀ ਸਲਾਹ ਤੇ ਹੀ ਚੱਲਣ। ਜੇ ਲੋੜ ਪਵੇ ਤਾਂ ਸਮੇਂ-ਸਮੇਂ ਤੇ ਇਹ ਮੁੱਖ ਮੰਤਰੀ ਜੀ ਨੂੰ ਸੰਕੇਤ ਦੇਣ ਕਿ ਨਹੀਂ ਜੀ ਆਪਾਂ ਕੇਜਰੀਵਾਲ ਜੀ ਦੇ ਮੁਤਾਬਕ ਚੱਲੀਏ। ਸੋ ਉਸ ਕਿਸਮ ਦਾ ਜਿਹੜਾ ਸੰਕੇਤ ਦਿੱਤਾ ਗਿਆ ਉਹ ਬੜਾ ਮੈਂ ਸਮਝਦਾ ਕਿ ਕਲੀਅਰ ਹੈ ਉਹ ਸੰਕੇਤ ਕਿ ਠੀਕ ਗਲਤ ਮੈਨੂੰ ਨਹੀਂ ਪਤਾ ਕੀ ਹੈ। ਜਦੋਂ ਮੀਡੀਆ 'ਚੋਂ ਪੜ੍ਹਦੇ ਹਾਂ ਮੀਡੀਆ 'ਚ ਆਪਾਂ ਨੂੰ ਇਹ ਸਮਝਣਾ ਪਊਗਾ ਕਿ ਭਗਵੰਤ ਮਾਨ ਜੀਆਂ ਦਾ ਕੱਦ ਛੋਟਾ ਕਰਨ ਦੇ ਯਤਨ ਹੀ ਨਹੀਂ ਕੀਤੇ ਗਏ। ਉਹ ਦਿਖਾਈ ਇਹ ਦੇ ਰਿਹਾ ਵੀ ਕਿਸੇ ਹੱਦ ਤੱਕ ਦਿੱਲੀ ਹੈ ਜਿਹੜੀ ਉਹ ਸਫਲ ਰਹੀ ਇਸ ਗੱਲ 'ਚ। ਸੋ ਇੱਕ ਤਰਫ ਇਹ ਹੁਣ ਦਿਨ ਬ ਦਿਨ ਜਿਹੜੀ ਤੁਸੀਂ ਗੱਲ ਕੀਤੀ ਹੈ ਕਿ ਮੁੱਖ ਮੰਤਰੀ ਜੀ ਨੇ ਜਿਹੜੇ ਉਹਨਾਂ ਦੀ ਜਿਹੜੀ ਉਹ ਆਪਣੀ ਦਿੱਖ ਹੈ ਜਾਂ ਉਹਨਾਂ ਦੀ ਬੋਡੀ ਲੈਂਗੁਏਜ ਹੈ ਉਹ ਸ਼ਾਇਦ ਇਹ ਦਿਖਾ ਰਹੀ ਹੈ ਕਿ ਉਹਨਾਂ ਦੀ ਪਕੜ ਫੈਸਲਿਆਂ ਤੇ ਪੂਰੀ ਤਰ੍ਹਾਂ ਨਹੀਂ ਹੈ। ਉਹਨਾਂ ਨੂੰ ਦਿੱਲੀ ਵੱਲ ਦੇਖਣਾ ਪੈਂਦਾ ਹੈ ਕਿ ਮੈਂ ਫੈਸਲਾ ਆ ਕਰਾਂ, ਤੁਸੀਂ ਵਿੱਚ ਕਿਉਂ ਦਖਲ ਦਿੰਦੇ ਹੋ, ਕੀ ਕਰਦੇ ਹੋ ਜੀ। ਫਿਰ ਮੈਂ ਕਹਿਣਾ ਕਿ ਇਹਦੇ ਨਾਲ ਇੱਕ ਵੈਕਿਊਮ ਦੂਜੇ ਪਾਸੇ ਆ ਗਿਆ। ਹੁਣ ਆਪਾਂ ਇਹਦਾ ਇੱਕ ਪਾਸੇ ਦੇ ਵੈਕਿਊਮ ਦੀ ਗੱਲ ਕੀਤੀ ਹੈ, ਇੱਕ ਪਾਸੇ ਜਿਹੜਾ ਖਲਾ ਹੈ, ਖਾਲੀ ਥਾਂ ਹੈ, ਦੂਜੇ ਪਾਸੇ ਪੈਦਾ ਹੋ ਗਿਆ। ਉਹ ਇਹ ਹੋ ਗਿਆ ਕਿ ਅਕਾਲੀ ਦਲ ਅਤੇ ਅਕਾਲੀ ਦਲ ਦੇ ਵੱਡੇ ਵੱਡੇ ਦਿੱਗਜ ਜਿਹੜੇ ਸਿਆਸਤ ਚੋਂ ਬਿਲਕੁਲ ਬਾਹਰ ਹੋ ਗਏ। ਤੇ ਮੈਂ ਤਾਂ ਇਹ ਵੀ ਕਹੂੰਗਾ ਕਿ ਕਾਂਗਰਸ ਦੇ ਜਿਹੜੇ ਵੱਡੇ ਚਿਹਰੇ ਉਹ ਸਿਆਸਤ ਚੋਂ ਬਾਹਰ ਹੋ ਗਏ। ਇਹਦਾ ਮਤਲਬ ਕਾਂਗਰਸ 'ਚ ਵੀ ਦੇਖੋ ਜੇ ਚੰਨੀ ਜਿੱਤ ਜਾਂਦੇ ਤਾਂ ਕਿਤੇ ਨਾ ਕਿਤੇ ਲੀਡਰਸ਼ਿਪ ਦਾ ਉਹਨਾਂ ਕੋਲੇ ਅਧਿਕਾਰ ਨੈਤਿਕ ਗਰਾਊਂਡ ਰਹਿਣਾ ਸੀ। ਜੇ ਨਵਜੋਤ ਸਿੱਧੂ ਜਿੱਤ ਜਾਂਦੇ ਤਾਂ ਸਦਨ 'ਚ ਉਹਨਾਂ ਦੀ ਬੋਲਬਾਲਾ ਰਹਿਣਾ ਸੀ ਨਾ। ਹੁਣ ਜਿਹੜੇ ਉਹ ਦੋ ਵੱਡੇ ਲੀਡਰ ਸੀ ਉਹ ਦੋਨੇ ਵੱਡੇ ਲੀਡਰ ਹਾਰ ਗਏ। ਜਿਹੜੇ ਉਹਨਾਂ ਦੇ ਉਪ ਮੁੱਖ ਮੰਤਰੀ ਸੋਨੀ ਜੀ ਸੀ ਉਹ ਹਾਰ ਗਏ। ਸਿਰਫ ਜੇ ਲੈ ਦੇ ਕੇ ਆਪਾਂ ਜਿਹਨੂੰ ਉਹ ਮਾਝਾ ਬ੍ਰਿਗੇਡ ਕਹਿ ਲੈਂਦੇ ਹਾਂ ਕਿ ਉਹ ਦੋ ਬਾਜਵਾਜ਼ ਹੋ ਗਏ ਤੇ ਇੱਕ ਰੰਧਾਵਾ ਸਾਹਿਬ ਹੋ ਗਏ, ਉਹ ਤਿੰਨ ਆ ਗਏ। ਉਹ ਤਿੰਨੇ ਆਪਸ ਵਿੱਚ ਇਕੱਠੇ ਚੱਲ ਪਾਉਣਗੇ ਨਹੀਂ ਚੱਲ ਪਾਉਣਗੇ ਉਹ ਇੱਕ ਵੱਖਰੀ ਗੱਲ ਹੈ, ਪਰ ਕਾਂਗਰਸ ਨੂੰ ਵੀ ਬਹੁਤ ਵੱਡਾ ਝਟਕਾ ਲੱਗਿਆ। ਹੁਣ ਕੀ ਹੋਇਆ ਕਿ ਉੱਥੇ ਜਿਹੜੀ ਮੈਂ ਉਸੇ ਗੱਲ ਤੇ ਆਉਣਾ ਕਿ ਜਿਹੜਾ ਉਹ ਖਾਲੀ ਥਾਂ ਪੈਦਾ ਹੋ ਗਿਆ ਕਿ ਸਿਆਸਤ ਨਾ ਤਾਂ ਹੱਥ ਰਹੀ ਕਾਂਗਰਸ ਦੇ ਨਾ ਹੱਥ ਰਹੀ ਅਕਾਲੀਆਂ ਦੇ। ਉਹ ਜਿਹੜਾ ਖਾਲੀ ਥਾਂ ਪੈਦਾ ਹੋਇਆ ਮੇਰੇ ਖਿਆਲ ਮੁਤਾਬਕ ਬੀਜੇਪੀ ਦੀ ਇੱਕ ਲਾਲਸਾ ਵੱਧ ਗਈ ਕਿ ਕਿਉਂ ਨਾ ਜਿਹੜਾ ਇਹ ਸਪੇਸ ਖਾਲੀ ਥਾਂ ਪਈ ਹੈ ਜਿਹੜੀ ਇਹਨੂੰ ਆਪਾਂ ਮੱਲ ਲਈਏ। ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਲੋਕ ਸਭਾ ਦੀ ਇਲੈਕਸ਼ਨ ਆਉਣੀ ਹੈ, ਲੋਕ ਸਭਾ ਜ਼ਰੂਰੀ ਹੈ। ਉਹਨਾਂ ਨੇ ਇੱਕ ਐਸਾ ਦਾ ਖੇਡਿਆ ਜਿਹੜਾ ਦਾ ਉਹ ਸਾਰੇ ਹਿੰਦੁਸਤਾਨ 'ਚ ਖੇਡਦੇ ਨੇ। ਦੇਖੋ ਉਹਨਾਂ ਨੇ ਇੱਕ ਦਾ ਕੀ ਖੇਡਿਆ ਕਿ SGPC ਦੇ ਵਿੱਚ ਇਸ਼ਾਰਾ ਇਹ ਸਮਝਿਆ ਜਾਊਗਾ ਕਿ ਦਿੱਲੀ ਦੇ ਵਿੱਚ ਕਿਸੇ ਤਰ੍ਹਾਂ ਇਸ ਤਰ੍ਹਾਂ ਦੇ ਹਾਲਾਤ ਪੈਦਾ ਕਰਤੇ ਜਿਹਦੇ ਵਿੱਚ ਦਿੱਲੀ ਸ਼੍ਰੋਮਣੀ ਕਮੇਟੀ ਬਾਦਲਾਂ ਦੇ ਹੱਥਾਂ 'ਚੋਂ ਨਿਕਲ ਗਈ। ਤੇ ਹੁਣ ਲੱਗ ਰਿਹਾ ਕਿ ਪੰਜਾਬ ਵਿੱਚ ਵੀ ਇੱਦਾਂ ਦੇ ਹਾਲਾਤ ਬਣਦੇ ਜਾ ਰਹੇ ਨੇ। ਸ਼ਾਇਦ ਜੇ ਚੋਣ ਵਗੈਰਾ ਹੋ ਗਈ ਤਾਂ ਇਹ ਵੀ ਸ਼ਾਇਦ ਉਹਨਾਂ ਦੇ ਹੱਥਾਂ 'ਚੋਂ ਨਿਕਲ ਜੇ। ਉਹਦੇ ਵਿੱਚ ਇਹ ਹੈ ਕਿ ਉਹ ਜਿਹੜਾ ਵੈਕਿਊਮ ਖਾਲੀ ਥਾਂ ਜਿਹੜਾ ਪੈਦਾ ਹੋਏਗਾ ਹੋ ਸਕਦਾ ਬੀਜੇਪੀ ਉਹਦੇ ਵਿੱਚ ਆਪਣੀ ਲੱਤ ਫਸਾ ਲੇ। ਤੇ ਜੇਕਰ ਬੀਜੇਪੀ ਉਹਦੇ ਲਈ ਕਾਮਯਾਬ ਹੁੰਦੀ ਹੈ ਤਾਂ ਕੁਦਰਤੀ ਹੈ ਜੇ ਉਹ ਸੋਚਦੇ ਵੀ ਨਹੀਂ ਅਸੀਂ ਕਾਮਯਾਬ ਹੋਣਾ ਹੈ ਤਾਂ ਉਹਨਾਂ ਨੂੰ ਰਣਨੀਤੀ ਤਾਂ ਘੜਨੀ ਪਊਗੀ। ਕਿਉਂਕਿ ਬੀਜੇਪੀ ਨੂੰ ਪਹਿਲਾਂ ਤਜਰਬੇ ਦੇ ਤੌਰ ਤੇ ਹੋਇਆ ਕਿ ਬੰਗਾਲ ਦੇ ਵਿੱਚ ਭਾਵੇਂ ਬੀਜੇਪੀ ਸਰਕਾਰ ਨਹੀਂ ਬਣਾ ਪਾਈ ਪਰ ਉੱਥੇ ਸਪੇਸ ਬਹੁਤ ਮੱਲੀ ਹੈ ਉਹਨਾਂ ਨੇ। ਬਿਲਕੁਲ ਉੱਥੇ ਵਿਰੋਧੀ ਪਾਰਟੀ ਦੇ ਤੌਰ ਤੇ ਉਹ ਖੜੇ ਹੋ ਗਏ ਨੇ। ਹੁਣ ਬੀਜੇਪੀ ਇਹੀ ਚਾਹੁੰਦੀ ਹੈ ਕਿ ਭਾਵੇਂ ਅਸੀਂ ਇਲੈਕਸ਼ਨ ਹਾਰ ਗਏ ਹਾਂ, ਉਹਨਾਂ ਕੋਲੇ ਕਹਿਣ ਨੂੰ ਹਾਲੇ ਵੀ ਕੀ ਗੱਲ ਹੈ ਕਿ ਸਾਡੇ ਦੋ ਜਾਂ ਤਿੰਨ ਪਹਿਲਾਂ MLA ਸੀ, ਦੋ ਸਾਡੇ ਕੋਲੇ ਹੁਣ ਹੈਗੇ ਨੇ। ਤੇ ਦੇਖੋ ਇਹ ਮੰਨਣ ਵਾਲੀ ਗੱਲ ਹੈ ਕਿ 8-9 ਥਾਵਾਂ ਤੇ ਉਹ ਦੂਜੇ ਨੰਬਰ ਤੇ ਆਏ ਨੇ। ਅਕਾਲੀ ਦਲ ਤੇ ਕਾਂਗਰਸ ਕੋਲ ਨਾ ਕੇਂਦਰ 'ਚ ਸੱਤਾ ਹੈ ਨਾ ਸਟੇਟ 'ਚ ਸੱਤਾ ਹੈ। ਇਹਦੇ ਕਰਕੇ ਜਿਹੜੀ ਬਿਊਰੋਕ੍ਰੇਸੀ ਹੈ ਉਹ ਨਾ ਅਕਾਲੀ ਦਲ ਨੂੰ ਕੰਮ ਦੇਗੀ
ਨਾ ਕਾਂਗਰਸ ਨੂੰ ਕੰਮ ਦੇਗੀ। ਪਰ ਬੀਜੇਪੀ ਕੋਲ ਕੇਂਦਰ 'ਚ ਸੱਤਾ ਹੈ ਇੱਕ, ਉਹ ਸੱਤਾ ਦੇ ਸਿਰ ਤੇ ਬਲਬੂਤੇ ਬਿਊਰੋਕ੍ਰੇਸੀ ਤੋਂ ਉਹ ਕਿਸੇ ਨਾ ਕਿਸੇ ਤਰ੍ਹਾਂ ਉਹਨਾਂ ਤੇ ਦਬਾਅ ਰੱਖ ਕੇ ਕੰਮ ਲੈ ਸਕਦੇ ਨੇ ਇੱਕ। ਦੂਸਰਾ, ਗਵਰਨਰ ਉਹਨਾਂ ਨੇ ਆਪਣੀ ਪਸੰਦ ਦਾ ਲਵਾਇਆ ਹੈ ਤੇ ਗਵਰਨਰ ਸਾਹਿਬ ਪਿਛਲੇ ਸਮੇਂ ਤੋਂ ਇੰਨੇ ਸਰਗਰਮ ਦਿਖਾਈ ਦੇ ਰਹੇ ਨੇ, ਉਹ ਲੱਗਦਾ ਵੀ ਕਿਤੇ ਵੀ ਮਤਲਬ ਮੁੱਖ ਮੰਤਰੀ ਦੇ ਬਰਾਬਰ ਦੇ ਮੁੱਖ ਮੰਤਰੀ ਉਹ ਲੱਗਦੇ ਨੇ ਕਿਤੇ ਕਿਤੇ, ਜਿਹਦੇ ਕਰਕੇ ਸਿਚੁਏਸ਼ਨ ਇੱਦਾਂ ਦੀ ਬਣ ਗਈ ਕਿ ਜਿਹੜੇ ਮੌਜੂਦਾ ਮੁੱਖ ਮੰਤਰੀ ਭਗਵੰਤ ਮਾਨ ਜੀਆਂ ਤੇ ਦੋਹਰਾ ਦਬਾਅ ਆਏਗਾ ਕਿ ਜੇ ਤਾਂ ਉਹਨਾਂ ਤੇ ਦਬਾਅ ਇਹ ਆਏਗਾ ਕਿ ਉਹ ਪੰਜਾਬ ਦੇ ਮੁੱਦਿਆਂ ਦੀ ਗੱਲ ਚੱਕਣਗੇ, ਠੀਕ ਹੈ ਕਿ ਨਹੀਂ, ਫਿਰ ਬੀਜੇਪੀ ਦਾ ਸਟੈਂਡ ਕੋਈ ਹੋਰ ਹੋਏਗਾ। ਜਿਵੇਂ ਆਪਾਂ ਕਹੀਏ ਕਿ ਜੇਕਰ ਤੁਰੰਤ ਚੰਡੀਗੜ੍ਹ ਦਾ ਮੁੱਦਾ ਆ ਗਿਆ, ਚੰਡੀਗੜ੍ਹ ਦੇ ਮੁੱਦੇ 'ਚ ਪਹਿਲਾਂ ਹੀ ਪਾਣੀਆਂ ਦੇ ਮੁੱਦੇ 'ਚ, ਭਾਖੜਾ ਮੈਨੇਜਮੈਂਟ ਜਿਹੜਾ ਬੋਰਡ ਸੀ ਉਹਦੇ ਇਸ਼ੂ ਤੇ, ਤੀਜਾ ਆ ਮੁਲਾਜ਼ਮਾਂ ਦੇ ਇਸ਼ੂ ਤੇ। ਹੁਣ ਇਹਦੇ ਵਿੱਚ ਦੋ ਪੱਖ ਨੇ ਕਿ ਇੱਕ ਤਾਂ ਇਹ ਜਿਹੜੇ ਰੈਗੂਲਰ ਮੁਲਾਜ਼ਮ ਨੇ ਉਹਨਾਂ ਨੂੰ ਦਰਸਾਇਆ ਜਾ ਰਿਹਾ ਸ਼ਾਇਦ ਥੋੜ੍ਹਾ ਬਹੁਤਾ ਫਾਈਨੈਂਸ਼ੀਅਲ ਵਿੱਤੀ ਲਾਭ ਹੋਵੇ, ਉਹ ਕਹਿਣ ਵੀ ਠੀਕ ਹੈ ਕਿਉਂਕਿ ਉਮਰ ਦਾ ਫਰਕ ਪੈਂਦਾ, 60 ਸਾਲ ਹੋ ਜਾਊਗੀ। ਪਰੰਤੂ ਜਿਹੜੇ ਹਜ਼ਾਰਾਂ ਦੇ ਵਿੱਚ ਕੰਟਰੈਕਚੁਅਲ ਤੇ ਕੱਚੇ ਕਰਮਚਾਰੀ ਨੇ, ਪੰਜਾਬ ਸਰਕਾਰ ਉਹਨਾਂ ਲਈ ਕਾਨੂੰਨ ਬਣਾਉਣ ਜਾ ਰਹੀ ਹੈ ਵੀ ਉਹ ਪੱਕੇ ਹੋ ਜਾਣਗੇ। ਉਹ ਘੱਟੋ ਘੱਟ ਚੰਡੀਗੜ੍ਹ ਦੇ ਵਿੱਚ ਉਹਨਾਂ ਨੂੰ ਲੱਗ ਰਿਹਾ ਵੀ ਚੰਡੀਗੜ੍ਹ ਦੀ ਸੀਟ ਤਾਂ ਸੇਫ ਕਰੀਏ ਨਾ ਇੱਕ ਤਾਂ, ਜਿਹੜੀ ਉਹਨਾਂ ਕੋਲੇ ਪਹਿਲਾਂ ਹੀ ਹੈ। ਉੱਥੇ ਉਹ ਜਿਹੜੇ ਪੰਜਾਬ ਦੇ ਮੁਲਾਜ਼ਮ ਨੇ ਉਹ ਸਾਰੇ ਨਿਕਲ ਜਾਣੇ ਨੇ ਕੱਚੇ। ਜਦੋਂ ਨਿਕਲ ਜਾਣਗੇ ਤਾਂ ਜਿਹੜਾ ਪੰਜਾਬ ਦਾ 60-40 ਹਰਿਆਣਾ ਪੰਜਾਬ ਦਾ ਸ਼ੇਅਰ ਸੀ ਉਹ ਉੱਡ ਜਾਣਾ ਨਵੇਂ ਰੂਲ ਦੇ ਵਿੱਚ, ਤੇ ਬੀਜੇਪੀ ਦੀ ਜਿਹੜੀ ਉੱਥੇ ਸਰਕਾਰ ਕਹਿ ਲਓ, ਐਡਮਿਨਿਸਟ੍ਰੇਟਰ ਕਹਿ ਲਓ, ਗਵਰਨਰ ਕਹਿ ਲਓ ਜਾਂ ਮਿਊਨਿਸਪਲ ਕਾਰਪੋਰੇਸ਼ਨ ਕਹਿ ਲਓ, ਉਹ ਸਾਰੇ ਦੀ ਕਰਤਾ ਧਰਤਾ ਬੀਜੇਪੀ ਹੈ। ਉਹ ਮੁਲਾਜ਼ਮਾਂ ਦੀ ਭਰਤੀ ਬੀਜੇਪੀ ਆਪਦੇ ਅਨੁਸਾਰ ਕਰਨ ਦੇ ਸਮਰੱਥ ਹੋਏਗੀ। ਜੇ ਸਮਰੱਥ ਹੋਏਗੀ ਤਾਂ ਕੁਦਰਤੀ ਹੈ 2 ਸਾਲ ਪਏ ਨੇ, 2 ਸਾਲ ਦੇ ਵਿੱਚ ਉਹ ਆਪਦਾ ਤਾਣਾ ਬਾਣਾ ਮੁੜ ਕੇ ਇੱਕ, ਪਹਿਲੀ ਗੱਲ ਕਿ ਚੰਡੀਗੜ੍ਹ ਦੀ ਸੀਟ ਇੱਕ ਸੀਟ ਘੱਟੋ ਘੱਟ ਉਹ ਸਕੁਅਰ ਕਰ ਲੇਗੀ 14 ਚੋਂ। ਹੁਣ ਇਹਦੇ ਨਾਲ ਕੀ ਹੋਏਗਾ? ਦੂਜਾ, ਇਹ ਵੀ ਸੱਚ ਹੈ ਕਿਤੇ ਨਾ ਕਿਤੇ ਸਮੇਂ ਦੀਆਂ ਸਰਕਾਰਾਂ ਨੇ ਚੰਡੀਗੜ੍ਹ ਦਾ ਮਸਲਾ ਸਮੇਂ ਸਿਰ ਹੱਲ ਨਹੀਂ ਕੀਤਾ, ਇਸ ਕਰਕੇ ਉੱਥੋਂ ਕਿਤੋਂ ਆ ਕੇ ਹੋਰ ਸਟੇਟਾਂ ਤੋਂ ਆ ਕੇ ਉਹ ਇੱਕ ਸੈਂਟਰ ਬਣ ਗਿਆ ਚੰਡੀਗੜ੍ਹ, ਜਿਹੜਾ ਬਿਜ਼ਨਸ ਹੱਬ ਵੀ ਹੈ। ਕਿਤੋਂ ਆ ਕੇ ਮੁਲਾਜ਼ਮ ਵਸ ਗਏ, ਜਿਨ੍ਹਾਂ ਦੇ ਵਿੱਚ ਬਹੁਤ ਗਿਣਤੀ 'ਚ ਮੁਲਾਜ਼ਮ ਪੰਜਾਬੀ ਨਹੀਂ ਹਨ, ਤੇ ਉਹਨਾਂ ਦਾ ਇੰਟਰਸਟ ਵੀ ਇਹੀ ਹੈ ਕਿ ਜਿਵੇਂ ਕਿਵੇਂ ਇਹ ਜਿਹੜਾ ਹੈ ਇਸ਼ੂ ਹੈ, ਇਹ ਇਸ਼ੂ ਇਸ ਤਰ੍ਹਾਂ ਹੀ ਰਹੇ, ਚੰਡੀਗੜ੍ਹ ਯੂਟੀ ਬਣਿਆ ਰਹੇ, ਤਾਂ ਕਿ ਪੰਜਾਬ ਦੇ ਜਿਹੜੇ ਦੂਜੀਆਂ ਦੋਨੇ ਧਿਰਾਂ ਨੇ, ਕਾਂਗਰਸ ਤੇ ਅਕਾਲੀ ਦਲ, ਉਹਨਾਂ ਨੇ ਆਪ ਨੂੰ ਫਸਾਤਾ। ਹਾਲਾਂਕਿ ਅਕਾਲੀ ਦਲ ਦੀ 10 ਸਾਲ ਸਰਕਾਰ ਰਹੀ, ਉਦੋਂ ਚੰਡੀਗੜ੍ਹ ਦਾ ਕੋਈ ਫੈਸਲਾ ਨਹੀਂ ਕਰਾਇਆ ਕਿਸੇ ਨੇ। ਪੰਜਾਬ 'ਚ ਕਾਂਗਰਸ ਦੀ ਸਰਕਾਰ ਰਹੀ, ਪਹਿਲਾਂ ਵੀ ਅਮਰਿੰਦਰ ਰਹੇ, ਹੁਣ ਵੀ ਰਹੇ। ਇਹ ਤਾਂ 1966 ਤੋਂ ਲਟਕਦਾ ਆ ਰਿਹਾ, ਕਿਸੇ ਸਰਕਾਰ ਨੇ ਯਤਨ ਨਹੀਂ ਕੀਤੇ। ਲੇਕਿਨ ਹੁਣ ਉਹਨਾਂ ਨੇ ਮੁੱਦਾ ਖੜਾ ਕਰਤਾ। ਉਹ ਮੁੱਦਾ ਖੜਾ ਉਹਨਾਂ ਨੂੰ ਤਾਂ ਕਰਨਾ ਪਿਆ ਕਿਉਂਕਿ ਕਰੰਟ ਜਿਹੜੀ ਚਲੰਤ ਪੋਜੀਸ਼ਨ ਹੈ ਉਹਦੇ ਵਿੱਚ ਬੀਜੇਪੀ ਦੀ ਸਰਕਾਰ ਨੇ ਸਪੈਸ਼ਲ ਮੁੱਦੇ ਖੜੇ ਕਰਤੇ ਕਿ ਚੰਡੀਗੜ੍ਹ ਬਾਰੇ ਫੈਸਲੇ ਲੈ ਲਏ। ਉਹ ਫੈਸਲੇ ਦੇ ਵਿੱਚ ਆਪ ਫਸ ਗਈ। ਜੇ ਤਾਂ ਆਪ ਬਹੁਤ ਸਟਰੋਂਗ ਸਟੈਂਡ ਲੈਂਦੀ ਹੈ, ਫਿਰ ਉਸ ਕਿਸਮ ਦੀ ਭਾਸ਼ਾ ਕੇਜਰੀਵਾਲ ਨਹੀਂ ਬੋਲ ਰਹੇ। ਜੇ ਉਹ ਨਰਮ ਸਟੈਂਡ ਲੈਂਦੇ ਨੇ, ਫਿਰ ਜਿਹੜਾ ਭਗਵੰਤ ਮਾਨ ਦਾ ਕੱਦ ਛੋਟਾ ਹੋਣਾ ਹੈ। ਮੈਨੂੰ ਇਹ ਲੱਗ ਰਿਹਾ ਕਿ ਇਸ ਚਾਲ ਦੇ ਵਿੱਚ ਆਪ ਵੀ ਇੱਕ ਗੇਮ ਖੇਡ ਰਹੀ ਹੈ ਤੇ ਵਿਰੋਧੀ ਧਿਰਾਂ ਵੀ ਇੱਕ ਗੇਮ ਖੇਡ ਰਹੀਆਂ ਨੇ, ਤੇ ਇਸ ਤੋਂ ਬਿਨਾਂ ਇਸ ਮੌਕੇ ਦਾ ਫਾਇਦਾ ਉਠਾ ਕੇ ਬੀਜੇਪੀ ਜਿਹੜੀ ਖਾਲੀ ਥਾਂ ਹੈ ਉਹਨੂੰ ਮੱਲਣਾ ਚਾਹੁੰਦੀ ਹੈ। ਕਿਉਂਕਿ ਦੇਖੋ, ਬੀਜੇਪੀ ਕੰਮ ਕਰਾਉਣ ਲਈ ਗਵਰਨਰ ਦੀ ਤਾਕਤ ਵਰਤੇਗੀ। ਗਵਰਨਰ ਨੇ ਪਿਛਲੇ ਦਿਨੀ ਕੁਛ ਇਸ ਤਰ੍ਹਾਂ ਦੀਆਂ ਮੀਟਿੰਗਾਂ ਜਾਰੀ ਕੀਤੀਆਂ ਨੇ। ਭਗਵੰਤ ਮਾਨ ਜੀ ਨੇ ਅਜੇ 60 ਕਿਲੋਮੀਟਰ ਵਾਲਾ ਵੀ ਮੁੱਦਾ ਨਹੀਂ ਉਠਾਇਆ। ਉਹਦੇ ਵਿੱਚ ਫਿਰ ਜਿਹੜੇ ਇਸ਼ੂ ਇਹੋ ਜਿਹੇ ਨੇ ਕਿ ਜਿਹੜੀਆਂ ਉਹ BSF ਲਗਾਈ ਗਈ ਹੈ, ਉਹ BSF CM ਨੂੰ ਰਿਪੋਰਟ ਕਰੇਗੀ ਕਿ ਗਵਰਨਰ ਨੂੰ ਰਿਪੋਰਟ ਕਰੇਗੀ। ਉਹ ਸਾਰੇ ਮੁੱਦੇ ਜੇ ਉੱਥੇ ਕੋਈ
ਕ੍ਰਾਈਮ ਦਾ ਇਸ਼ੂ ਆਂਦਾ ਹੈ ਉਹਨੂੰ ਕੌਣ ਹੈਂਡਲ ਕਰੇਗਾ। ਸੋ ਇਸ ਤਰ੍ਹਾਂ ਉਹ ਜੇ ਆਪ ਨੂੰ ਖਰਾਬ ਕਰਨ ਲਈ ਬੀਜੇਪੀ ਦੋਨੇ ਹੱਥਾਂ 'ਚ ਲੱਡੂ ਰੱਖ ਰਹੀ ਹੈ ਕਿ ਜੇਕਰ ਭਗਵੰਤ ਮਾਨ ਤੇ ਕੇਜਰੀਵਾਲ ਦੇ ਵਿੱਚ ਕੋਈ ਕਨਫਲਿਕਟ ਪੈਦਾ ਹੋ ਜਾਂਦੀ ਹੈ ਤਾਂ ਜਿਹੜੀਆਂ ਵਿਰੋਧੀ ਤੇਰਾ ਪਹਿਲਾਂ ਹੀ ਕਹਿ ਰਹੀਆਂ ਨੇ ਕਿ ਇਹ ਨਵੇਂ ਨੇ, ਇਹਨਾਂ ਤੋਂ ਸੰਭਾਲਿਆ ਨਹੀਂ ਜਾਣਾ, ਇਹ ਨਹੀਂ ਹੋਣਾ, ਉਸ ਦੇ ਵਿੱਚ ਸ਼ਾਇਦ ਮੁੱਖ ਮੰਤਰੀ ਕਿਤੇ ਫਸ ਕੇ ਰਹਿ ਜਾਣ। ਮੁੱਖ ਮੰਤਰੀ ਨੂੰ ਕਿੰਨੇ ਦਿਨ ਹੋ ਗਏ ਬਣਿਆ ਨੂੰ, ਹਾਲੇ ਤੱਕ ਉਹਨਾਂ ਤੋਂ ਆਫਿਸਰ ਦੀਆਂ ਬਦਲੇ ਸਫਲਤਾਪੂਰਵਕ ਨਹੀਂ ਹੋਏ। ਕੰਮ ਅਨਾਉਂਸਮੈਂਟਾਂ ਜ਼ਰੂਰ ਵਧੀਆ ਕਰੀ ਜਾ ਰਹੇ ਨੇ, ਉਹ ਲੋਕਾਂ ਨੂੰ ਚੰਗੀਆਂ ਵੀ ਲੱਗ ਰਹੀਆਂ ਨੇ, ਪਰ ਲੋਕਾਂ ਦੇ ਮਨਾਂ 'ਚ ਇੱਕ ਖਦਸ਼ੇ ਪੈਦਾ ਹੋ ਗਏ ਵੀ ਯਾਰ ਪਤਾ ਨਹੀਂ ਕੰਮ ਚੱਲੂਗਾ, ਪਤਾ ਨਹੀਂ ਚੱਲੂਗਾ। ਔਰ ਬੀਜੇਪੀ ਨੇ ਇਸ ਜਿਹੜਾ ਵਿਚਾਰ ਹੈ ਉਹਨੂੰ ਹੋਰ ਉਭਾਰਿਆ ਵੀ ਸ਼ਾਇਦ ਇਹਨਾਂ ਤੋਂ ਕੰਮ ਨਹੀਂ ਚੱਲੂਗਾ ਤੇ ਅਲਟੀਮੇਟਲੀ ਇਹ ਕੰਮ 'ਚ ਸਾਨੂੰ ਦਖਲ ਦੇਣਾ ਪਊਗਾ। ਔਰ ਉਹਨਾਂ ਕੋਲ ਇੱਕ ਤਾਕਤ ਹੈ। ਹਾਂ, ਇੱਕ ਗੱਲ ਜ਼ਰੂਰ ਹੈ ਕਿ ਹਾਲੇ ਭਗਵੰਤ ਮਾਨ, ਜਿਹੜੀ ਆਪਾਂ ਪਹਿਲਾਂ ਵੀ ਗੱਲ ਕਰਦੇ ਸੀ ਕਿ ਭਗਵੰਤ ਮਾਨ ਜੀ ਇਸ ਗੱਲ 'ਚ ਹਾਲੇ ਕਾਮਯਾਬ ਰਹੇ ਨੇ, ਹਾਲੇ ਕੋਈ ਇਹ ਦਿਖਾਈ ਨਹੀਂ ਦਿੱਤਾ ਕਿ ਆਪ ਦੇ ਵਿੱਚ 2 ਸੈਂਟਰ ਬਣ ਗਏ। ਆਉਣ ਵਾਲੇ ਸਮੇਂ 'ਚ ਹੋ ਸਕਦਾ ਹੈ, ਪਰ ਪਿਛਲੇ ਦਿਨਾਂ 'ਚ ਜਿਸ ਕਿਸਮ ਨਾਲ ਰਾਘਵ ਚੱਡਾ, ਜਿਹਨੂੰ ਆਪਾਂ ਕਹਿੰਦੇ ਆ ਨਾ ਕਿ ਮੋਢਿਆਂ ਤੇ ਚੜ੍ਹ ਕੇ ਰਹਿ ਰਹੇ ਨੇ, ਭਗਵੰਤ ਮਾਨ ਜੀ ਨਾਲ ਬੈਠੇ ਵੀ ਦਿਖਾਈ ਦਿੰਦੇ ਨੇ, ਮੁੱਖ ਮੰਤਰੀ ਨਾਲ ਬੈਠੇ ਦਿਖਾਈ ਦਿੰਦੇ ਨੇ, ਫੈਸਲਿਆਂ ਦੇ ਵਿੱਚ ਕਿਤੇ ਨਾ ਕਿਤੇ ਉਹਨਾਂ ਦਾ ਨਾਮ ਬੋਲਦਾ ਹੈ। ਜਿਹੜਾ ਮੈਨੂੰ ਇਹ ਲੱਗ ਰਿਹਾ ਹੈ ਕਿ ਰਾਜ ਸਭਾ ਦੇ ਐਮਪੀ ਨੂੰ ਜਾਂ ਜਿਹੜਾ ਸਹਿ ਪ੍ਰਭਾਰੀ ਹੈ ਉਹਨੂੰ ਇਸ ਤਰ੍ਹਾਂ ਦੇ ਇਲੈਕਸ਼ਨਾਂ 'ਚ ਤਾਂ ਹੁੰਦਾ, ਸਹਿ ਪ੍ਰਭਾਰੀ ਪਾਰਟੀ ਦਾ ਹੁੰਦਾ, ਸਰਕਾਰ ਦਾ ਥੋੜਾ ਹੁੰਦਾ। ਮਤਲਬ ਸਰਕਾਰ 'ਚ ਨਹੀਂ ਨਾ ਉਹਦਾ ਜਿਹੜੀ ਛਾਇਆ ਹੈ ਉਹ ਦਿਖਾਈ ਦੇਣੀ ਚਾਹੀਦੀ, ਸਰਕਾਰ 'ਚ ਤਾਂ ਕੋਈ ਰੋਲ ਹੀ ਨਹੀਂ, ਕਿਉਂਕਿ ਜਦੋਂ ਓਵਰਸ਼ੈਡੋ ਕਰਦਾ ਹੈ ਤਾਂ ਉਹਦੇ ਨਾਲ ਆਟੋਮੈਟਿਕਲੀ ਭਗਵੰਤ ਮਾਨ ਜੀਆਂ ਦਾ ਕੱਦ ਛੋਟਾ ਦਿਖਾਈ ਦਿੰਦਾ ਹੈ। ਇਹ ਆਉਣ ਵਾਲੇ ਸਮੇਂ 'ਚ ਕੁਛ ਦੇ ਲੱਗਣਗੇ ਜੀ, ਇਹ ਉਦੋਂ ਕਲੀਅਰ ਹੋਏਗਾ। ਪਰ ਮੈਂ ਸਿੰਪਲੀ ਤੁਹਾਨੂੰ ਇਹ ਕਹਿਣਾ ਕਿ ਹਾਲ ਦੀ ਘੜੀ ਆਪ ਦੀ ਸਾਈਡ ਤੇ ਵੀ ਬੀਜੇਪੀ ਵਾਲੀ ਸਾਈਡ ਤੇ ਵੀ ਇੱਕ ਖਲਾ ਹੈ, ਇੱਕ ਵੈਕਿਊਮ ਹੈ, ਖਾਲੀ ਥਾਂ ਹੈ। ਉਹ ਖਾਲੀ ਥਾਂ ਕਦੇ ਰਹਿੰਦਾ ਨਹੀਂ ਹੁੰਦਾ, ਭਰਿਆ ਜਾਣਾ ਹੈ ਤੇ ਉਹਨੂੰ ਭਰਨ ਲਈ ਸਿਸਟਮ ਆਪਣੇ ਆਪ ਵੀ ਭਰੀ ਜਾ ਰਿਹਾ ਹੈ ਤੇ ਜਿਨ੍ਹਾਂ ਨੂੰ ਦਿਖਾਈ ਦੇ ਰਿਹਾ ਵੀ ਇਹ ਖਾਲੀ ਥਾਂ ਹੈ ਉਹ ਵੀ ਉਹਨੂੰ ਭਰਨ ਨੂੰ ਖੱਪੇ ਨੂੰ ਲੱਗੇ ਹੋਏ ਨੇ, ਚਾਹੇ ਉਹ ਵਿਰੋਧੀ ਪਾਰਟੀਆਂ ਵੀ ਹੋਣ। ਸੋ ਆਉਣ ਵਾਲੇ ਸਮੇਂ ਦੇ ਵਿੱਚ ਜੇਕਰ ਇਹ ਸਥਿਤੀ ਤਰਕਸੰਗਤ ਤਰੀਕੇ ਨਾਲ, ਨਿਆਂਪੂਰਵਕ ਤਰੀਕੇ ਨਾਲ ਤੇ ਅਸਰਦਾਰ ਤਰੀਕੇ ਨਾਲ ਨਾ ਸੰਭਾਲੀ ਗਈ ਤਾਂ ਕਿਤੇ ਨਾ ਕਿਤੇ ਇਹ ਕਨਫਲਿਕਟ ਹੈ ਜਿਹੜੀ ਇਹ ਆਪ ਪਾਰਟੀ ਨੂੰ ਤੰਗ ਕਰ ਸਕਦੀ ਹੈ ਤੇ ਇਹਦਾ ਫਾਇਦਾ ਬੀਜੇਪੀ ਜਿਹੜੀ ਕੇਂਦਰ ਦੀ ਸਰਕਾਰ ਹੈ ਤੇ ਪੰਜਾਬ ਦੀ ਬੀਜੇਪੀ ਹੈ ਉਹ ਤਤਪਰ ਬੈਠੀ ਹੈ ਇਹਦਾ ਫਾਇਦਾ ਲੈਣ ਲਈ। ਜਿਉਂ ਹੀ ਮਤਲਬ ਉਹਨਾਂ ਨੂੰ ਲੱਗੇਗਾ ਕਿ ਇਹਦਾ ਫਾਇਦਾ ਸਾਨੂੰ ਮਿਲ ਰਿਹਾ ਹੈ, ਜੇ ਮੈਂ ਇਹ ਕਹਾਂ ਇਹ ਗਲਤ ਨਹੀਂ ਹੋਏਗਾ ਕਿ ਉਹ ਝਪਟ ਮਾਰਨ ਨੂੰ ਬੈਠੇ ਨੇ, ਮਤਲਬ ਉਹ ਝਪਟ ਮਾਰਨ ਦੀ ਕੋਸ਼ਿਸ਼ ਕਰਨਗੇ ਉਹਦੀ ਜਦੋਂ ਕੋਈ ਇਦਾਂ ਦੀ ਸਥਿਤੀ ਆਏਗੀ। ਸੋ ਅਜੇ ਸਥਿਤੀ ਤਣਾਅਪੂਰਨ ਅਜੇ ਬਹੁਤ ਕਲੀਅਰ ਨਹੀਂ ਹੈ। ਬਿਲਕੁਲ, ਧਾਲੀਵਾਲ ਸਾਹਿਬ ਬਹੁਤ ਬਹੁਤ ਸ਼ੁਕਰੀਆ ਗੱਲਬਾਤ, ਮਿਹਰਬਾਨੀ ਜੀ। ਦੋਸਤੋ ਸਾਡੇ ਨਾਲ ਜੁੜੇ ਹੋਏ ਸੀ ਪ੍ਰੋਫੈਸਰ ਰਣ ਸਿੰਘ ਧਾਲੀਵਾਲ ਸਾਹਿਬ ਤੋਂ ਅਸੀਂ ਆਮ ਆਦਮੀ ਪਾਰਟੀ ਦੇ ਜੋ ਅਗਲੇ ਕਦਮ ਨੇ ਧਾਲੀਵਾਲ ਸਾਹਿਬ ਨੇ ਬਖੂਬੀ ਬਿਆਨ ਕੀਤਾ। ਪਰ ਜੋ ਇੱਕ ਅਹਿਮ ਗੱਲ ਅਸੀਂ ਵੀ ਕਰਦੇ ਹਾਂ ਕਿ ਧਾਲੀਵਾਲ ਸਾਹਿਬ ਨੇ ਜੋ ਗੱਲਬਾਤ ਕੀਤੀ, ਸਹਿ ਪ੍ਰਭਾਰੀ ਆਮ ਆਦਮੀ ਪਾਰਟੀ ਦੇ ਨੇ, ਨਾ ਕਿ ਪੰਜਾਬ ਦੀ ਸਰਕਾਰ ਦੇ। ਰਾਘਵ ਚੱਡਾ ਨਾਲ ਬੈਠੇ ਉਹ ਦਿਖਾਈ ਦਿੰਦੇ ਨੇ। ਕੀ ਫੈਸਲੇ ਦਿੱਲੀ ਤੋਂ ਹੋ ਰਹੇ ਨੇ, ਕੀ ਭਗਵੰਤ ਮਾਨ ਨੂੰ ਮਨਜ਼ੂਰੀ ਨਹੀਂ ਖੁੱਲ੍ਹ ਕੇ ਪੰਜਾਬ ਪ੍ਰਤੀ ਉਹ ਫੈਸਲੇ ਲੈ ਸਕਣ। ਆਉਣ ਵਾਲੇ ਦਿਨਾਂ ਦੇ ਵਿੱਚ ਦੇਖਣ ਵਾਲਾ ਹੋਊਗਾ ਕਿ ਆਮ ਆਦਮੀ ਪਾਰਟੀ ਦੇ ਜੋ ਫੈਸਲੇ ਹੋਣਗੇ ਪੰਜਾਬ ਦੇ ਹਿੱਤਾਂ ਦੇ ਵਿੱਚ ਤਾਂ ਲਗਾਤਾਰ ਨੇ, ਜੋ ਕੇਂਦਰ ਨਾਲ ਟਕਰਾਅ ਵਾਲੀ ਸਥਿਤੀ ਪੈਦਾ ਹੋ ਰਹੀ ਹੈ ਉਹਦੇ ਨਾਲ ਪਾਰਟੀ ਕਿਵੇਂ ਨਜਿੱਠੂਗੀ। ਜੋ ਸਾਡੇ ਕੋਲ ਇਨਫੋਰਮੇਸ਼ਨ ਹੋਊਗੀ ਲਗਾਤਾਰ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ। ਤੁਸੀਂ ਬਣੇ ਰਹੋ ਤੁਹਾਡੇ ਆਪਣੇ ਚੈਨਲ ਲੋਕ ਰਣ ਚੈਨਲ ਪੰਜਾਬੀ ਤੇ। ਧੰਨਵਾਦ।